ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪਣੇ ਚੈਨਲ ਦੇ ਰਾਹੀਂ ਅਸੀਂ ਤੁਹਾਨੂੰ ਪੰਥ ਨਾਲ ਜੁੜੀ ਛੋਟੀ ਤੋਂ ਵੱਡੀ ਖਬਰ ਨੂੰ ਸਭ ਤੋਂ ਪਹਿਲੇ ਜਾਣੂ ਕਰਾਉਣ ਦੀ ਕੋਸ਼ਿਸ਼ ਕਰਦੇ ਹੈਗੇ। ਪਿਛਲੇ ਕੁਝ ਦਿਨਾਂ ਦੇ ਅੰਦਰ ਅੰਬਾਲੇ ਦੇ ਵਿਚਕਾਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਿੱਖ ਸੰਗਤਾਂ ਦੇ ਉੱਤੇ ਜੋ ਲਾਠੀ ਚਾਰਜ ਕੀਤਾ ਗਿਆ, ਜੋ ਆਂਸੂ ਗੈਸ ਦੇ ਗੋਲੇ ਵਰਤਾਏ ਗਏ, ਉਹ ਸਾਰੇ ਹਾਲਾਤਾਂ ਨੂੰ ਮੀਡੀਆ ਦੇ ਰਾਹੀਂ ਪੂਰੀ ਦੁਨੀਆ ਨੇ ਆਪਣੇ ਮੋਬਾਈਲ ਔਰ ਆਪਣੇ ਟੀਵੀ ਦੇ ਰਾਹੀਂ ਦੇਖਿਆ ਕਿ ਹਰਿਆਣਾ ਦੀ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਪ੍ਰੋਟੈਸਟ ਕਰਦੀ ਸਿੱਖ ਸੰਗਤਾਂ ਦੇ ਉੱਤੇ ਲਾਠੀ ਚਾਰਜ ਕੀਤਾ ਔਰ ਆਂਸੂ ਗੈਸ ਦੇ ਗੋਲੇ ਵਰਤਾਏ। ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਦੁਬਾਰਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 25 ਤਰੀਕ ਦੀ ਕਾਲ ਦਿੱਤੀ ਔਰ 25 ਤਰੀਕ ਫਿਰ ਹਾਲਾਤ ਖਰਾਬ ਨਾ ਹੋਣ ਤੇ ਸਰਕਾਰ ਔਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਚਕਾਰ ਪਿਛਲੇ 2-3 ਦਿਨਾਂ ਤੇ ਸਮਝੌਤੇ ਦੀ ਗੱਲ ਚੱਲ ਰਹੀ ਸੀ। ਤੇ ਅਗਰ ਅਸੀਂ ਕਹੀਏ ਕਿ ਕੁਝ ਘੰਟਿਆਂ ਪਹਿਲੇ ਇਸ ਮਸਲੇ ਦੇ ਉੱਤੇ ਖਬਰ ਆਈ ਕਿ ਹਰਿਆਣਾ ਸਰਕਾਰ ਦਾ ਔਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮਝੌਤਾ ਹੋ ਗਿਆ। ਬੜੇ ਸਾਰੇ ਸਵਾਲ ਇਸ ਮਸਲੇ ਦੇ ਉੱਤੇ ਖੜੇ ਹੋਏ ਕਿ ਆਖਿਰ ਸਮਝੌਤਾ ਕਿਸ ਬਿਨਾਂ ਦੇ ਉੱਤੇ ਹੋਇਆ ਤੇ ਇਸ ਸਾਰੇ ਮਸਲੇ ਦੇ ਉੱਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰ ਜਗਦੀਸ਼ ਸਿੰਘ ਝਿੰਜਾ ਨੇ ਕੀ ਸਟੈਂਡ ਲਿੱਤਾ ਹੈਗਾ, ਉਹਨਾਂ ਦੀ ਨਾਇਬ ਸੈਣੀ ਮੁੱਖ ਮੰਤਰੀ ਹਰਿਆਣਾ ਸਰਕਾਰ ਦੇ ਨਾਲ ਕੀ ਗੱਲਬਾਤ ਹੋਈ ਹੈ, ਇਸ ਮਸਲੇ ਦੀ ਸਾਰੀ ਜਾਣਕਾਰੀ ਲੈਣ ਦੇ ਲਈ ਅੱਜ ਅਸੀਂ ਜੁੜੇ ਹਾਂ ਸਰਦਾਰ ਜਗਦੀਸ਼ ਸਿੰਘ ਝਿੰਜਾ ਜੀ ਦੇ ਨਾਲ। ਤੇ ਸਾਡੇ ਨਾਲ ਇਸ ਵੇਲੇ ਲਾਈਵ ਕਾਲ ਦੇ ਉੱਤੇ ਜੁੜ ਚੁੱਕੇ ਨੇ ਜਗਦੀਸ਼ ਸਿੰਘ ਝਿੰਜਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਝਿੰਜਾ ਸਾਹਿਬ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਵੱਲੋਂ ਤੁਹਾਨੂੰ ਵਧਾਈ ਦੇਣਾ ਚਾਹੁੰਦੇ ਹੈਗੇ ਕਿ ਜਿਹੜੇ ਹਾਲਾਤ ਅੰਬਾਲਾ ਦੇ ਅੰਦਰ ਬਣੇ ਸਨ, ਤੁਸੀਂ ਉਹਨਾਂ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਨਜਿੱਠ ਲਿਆ ਹੈਗਾ। ਲੇਕਿਨ ਕਈ ਗੱਲਾਂ ਨੇ ਜਿਹੜੀਆਂ ਅਸੀਂ ਆਪ ਜੀ ਨੂੰ ਜਾਣਨਾ ਚਾਹੁੰਦੇ ਹੈਗੇ ਆ ਕਿ ਜਿਵੇਂ ਪਹਿਲੀ ਕਾਲ ਦਿੱਤੀ ਹੈਗੀ ਤੇ ਸਰਕਾਰ ਦੇ ਵੱਲੋਂ ਪੁਲਿਸ ਦੇ ਵੱਲੋਂ ਜੋ ਪ੍ਰਸ਼ਾਸਨ ਦੇ ਰਾਹੀਂ ਲਾਠੀ ਚਾਰਜ ਕੀਤਾ ਗਿਆ, ਉਸ ਤੋਂ ਬਾਅਦ ਤੁਸੀਂ ਕਾਲ ਦਿੱਤੀ 25 ਤਰੀਕ ਦੀ। ਐਸਾ ਕੀ ਤੁਹਾਡੇ ਨਾਲ ਗੱਲਬਾਤ ਹੋਈ ਸਰਕਾਰ ਦੀ ਨਾਇਬ ਸੈਣੀ ਜਿਹੜੇ ਮੁੱਖ ਮੰਤਰੀ ਨੇ ਕਿ ਇਹ ਮਸਲਾ ਸਮਝੌਤੇ ਤੱਕ ਪਹੁੰਚ ਗਿਆ, ਕੀ ਜਾਣਕਾਰੀ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਦੇ ਚੈਨਲ ਦੁਆਰਾ ਸੰਗਤ ਨੂੰ ਜਾਣਕਾਰੀ ਦੇਣਾ ਚਾਹਾਂਗਾ ਕਿ ਜਿਸ ਤਰ੍ਹਾਂ ਹੀ 7 ਤਰੀਕ ਦਾ ਵਾਕਾ ਹੋਇਆ ਉਹ ਵੀ ਸਾਰੀ ਦੁਨੀਆ ਭਰ ਨੇ ਵੇਖਿਆ। ਉਸ ਤੋਂ ਬਾਅਦ 10 ਤਰੀਕ ਨੂੰ ਥਾਣੇ ਦਾ ਘਿਰਾਓ ਕੀਤਾ ਗਿਆ। ਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਨੇ ਆਸ਼ਵਾਸਨ ਦਿੱਤਾ ਕਿ ਅਸੀਂ ਜੋ ਬੱਚੇ ਪਕੜੇ ਨੇ ਉਹ ਵੀ ਛੱਡ ਦਿਆਂਗੇ ਤੇ ਮਨ ਦੇ ਵਿਰੋਧ 307 ਦਾ ਪਰਚਾ ਦਰਜ ਕਰ ਦਿਆਂਗੇ। ਜੀ ਦੱਸੋ ਜੀ, ਦੱਸੋ। ਹਾਂਜੀ ਪਰ 10 ਤਰੀਕ ਤੱਕ ਪਰਚਾ ਨਾ ਦਰਜ ਕੀਤਾ ਗਿਆ ਤੇ ਫਿਰ ਅਖੀਰ 13 ਤਰੀਕ ਨੂੰ ਵੱਡਾ ਇਕੱਠ ਕਰਕੇ ਉੱਥੇ ਸੰਗਤ ਤੇ ਫੈਸਲਾ ਲਿਆ ਗਿਆ ਕਿ ਜੀਟੀ ਰੋਡ ਜਾਮ ਕੀਤਾ ਜਾਏ। ਜਿਵੇਂ ਜੀਟੀ ਰੋਡ ਜਾਮ ਕੀਤਾ ਉਸੇ ਟਾਈਮ ਹੀ ਪ੍ਰਸ਼ਾਸਨ ਹਲਕੇ ਤੇ ਚਾਇਆ। ਐਸਪੀ ਤੇ ਆਈਜੀ ਮੇਰੇ ਕੋਲ ਪੁੱਛਣ ਲੱਗੇ ਤੁਹਾਡੀ ਮੰਗ ਕੀ ਹੈ। ਮੈਂ ਕਿਹਾ ਮੰਗ ਤਾਂ ਸਾਡੀ ਇੱਕ ਹੀ ਹੈ ਕਿ ਮੰਡ ਦੋਵਾਂ ਪਿਓ ਪੁੱਤਰਾਂ ਤੇ 307 ਦਾ ਪਰਚਾ ਦਰਜ ਕੀਤਾ। ਉਹ ਕਹਿਣ ਲੱਗੇ ਅਸੀਂ 2 ਘੰਟੇ ਦਾ ਟਾਈਮ ਦਿਓ, 2 ਘੰਟੇ 'ਚ ਅਸੀਂ ਪਰਚਾ ਦਰਜ ਕਰ ਦਿਆਂਗੇ। ਉਹਨਾਂ 2 ਘੰਟੇ 'ਚ ਪਰਚਾ ਦਰਜ ਕਰਤਾ। ਪਰ ਇੱਥੇ ਇੱਕ ਸਵਾਲ ਬਹੁਤ ਸਰਦਾਰ ਮੇਨ ਉੱਠਦਾ ਹੈ ਕਿ ਸਾਨੂੰ ਪਰਚੇ ਦਰਜ ਕਰਵਾਉਣ ਵਾਸਤੇ ਜਾਂ ਨਿਆਂ ਲੈਣ ਵਾਸਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣਾ ਪਏਗਾ। ਹਿੰਦੁਸਤਾਨ ਦੇ ਵਿੱਚ ਸਾਨੂੰ ਜੀਟੀ ਰੋਡ ਜਾਮ ਕਰਨੇ ਪੈਣਗੇ, ਸਾਨੂੰ ਥਾਣਿਆਂ ਦੇ ਜਾਂ ਹੋਰ ਡੀਸੀ ਦਫ਼ਤਰਾਂ ਦੇ ਜਾਂ ਐਸਪੀ ਦਫ਼ਤਰ ਘਿਰਾਓ ਕਰਕੇ ਆਪਣਾ ਨਿਆਂ ਲੈਣਾ ਪਏਗਾ। ਇਹ ਇੱਕ ਬਹੁਤ ਅਹਿਮ ਸਵਾਲ ਹੈ ਸਾਡੇ ਤੇ ਮੇਰੇ ਇਕੱਲੇ ਵਾਸਤੇ ਨਹੀਂ, ਸਾਰੇ ਭਾਰਤ ਵਰਸ਼ ਦੇ ਲੋਕਾਂ ਵਿੱਚ ਇਹ ਬਹੁਤ ਵੱਡਾ ਇਹੋ ਜਿਹਾ ਗਲਤ ਮੈਸੇਜ ਆ ਰਿਹਾ ਹੈ। ਜੋ ਪ੍ਰਸ਼ਾਸਨ ਪਹਿਲਾਂ ਢਿਲਾਈ ਵਰਤਦਾ ਰਹਿੰਦਾ ਹੈ, ਪਤਾ ਨਹੀਂ ਕਿਹੜੇ ਦਬਾਅ ਥੱਲੇ। ਅਸੀਂ ਪਹਿਲਾਂ 2 ਘੰਟੇ ਦਾ ਟਾਈਮ ਮੰਗਿਆ ਗਿਆ 10 ਤਰੀਕ ਨੂੰ, ਫਿਰ ਅਸੀਂ ਉਹਨਾਂ ਨੂੰ 3 ਦਿਨ ਦਾ ਟਾਈਮ ਦਿੱਤਾ। 10 ਤਰੀਕ ਵੀ ਗੁਜ਼ਰੀ, 11 ਵੀ ਗੁਜ਼ਰੀ, 12 ਵੀ ਗੁਜ਼ਰੀ ਤੇ 13 ਵੀ ਗੁਜ਼ਰੀ। 4 ਦਿਨ ਬਾਅਦ ਪਰਚਾ ਜੇ ਦਰਜ ਨਹੀਂ ਸੀ ਹੋ ਗਿਆ, ਉਹ 2 ਘੰਟਿਆਂ ਦੇ ਅੰਦਰ ਜੀਟੀ ਰੋਡ ਜਾਮ ਕਰਨ ਦੇ ਨਾਲ ਐਡੀ ਛੇਤੀ ਕਿਵੇਂ ਹੋ ਗਿਆ? ਇੱਕ ਬਹੁਤ ਵੱਡਾ ਸਵਾਲ ਪੈਦਾ ਕਰਦਾ ਹੈ ਸਾਡੇ ਪ੍ਰਸ਼ਾਸਨ ਦੇ ਉੱਤੇ ਅਤੇ ਸਰਕਾਰ ਦੇ ਉੱਤੇ ਕਿ ਸਾਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਜਿੰਨਾ ਚਿਰ ਤੁਸੀਂ ਕਾਨੂੰਨ ਹੱਥ ਨਹੀਂ ਲੈਂਦੇ ਤੁਹਾਡਾ ਜਿਹੜਾ ਨਿਆਂ ਤੁਸੀਂ ਮੰਗਿਆ ਹੈ ਉਹ ਤੁਹਾਨੂੰ ਨਹੀਂ ਦਿੱਤਾ ਜਾਏਗਾ। ਚਲੋ ਪਰਚਾ ਦਰਜ ਹੋ ਗਿਆ, 307 ਦੀ ਕਾਪੀ ਮੇਰੇ ਹੱਥ ਵਿੱਚ ਆ ਗਈ ਤੇ ਮੈਂ ਸੰਗਤ ਜਿਹੜੀ ਹਜ਼ਾਰਾਂ ਦੀ ਤਾਦਾਦ ਵਿੱਚ ਖੜੀ ਸੀ ਉਹਦੇ ਸੰਗਤ ਨੂੰ ਕਿਹਾ ਭਾਈ ਮੈਂ ਨਾ ਪ੍ਰਸ਼ਾਸਨ ਦਾ ਪ੍ਰਧਾਨ ਹਾਂ ਤੇ ਨਾ ਮੈਂ ਸਰਕਾਰ ਦਾ ਪ੍ਰਧਾਨ ਮੈਂ ਹਾਂ ਤੁਹਾਡਾ। FIR ਦਰਜ ਹੋ ਗਈ ਹੈ, ਬਾਈ ਨੇਮ ਹੋ ਗਈ ਹੈ, ਦੋਵਾਂ ਪਿਓ ਪੁੱਤਰਾਂ ਦੀ ਹੋ ਗਈ ਹੈ
ਤੇ ਸਾਡੇ ਹੁਣ ਅਗਲਾ ਆਪਣਾ ਸਟੈਪ ਕੀ ਹੋਵੇਗਾ। ਪਹਿਲੀ ਮੰਗ ਤੁਹਾਡੀ ਮੰਨ ਲਈ ਗਈ। ਸੰਗਤ ਜੀ ਤੋਂ ਨੌਜਵਾਨ ਜੋਸ਼ ਵਿੱਚ ਆ ਕੇ ਉਹਨਾਂ ਕਹਿੰਦਾ ਪ੍ਰਧਾਨ ਜੀ ਸਾਡੇ ਤੇ ਅੱਜ ਹੀ ਮੁੰਡੇ ਬਾਹਰ ਹੋਣੇ ਚਾਹੀਦੇ ਨੇ, ਹੁਣੇ ਐਟ ਏ ਟਾਈਮ। ਮੈਂ ਕੋਸ਼ਿਸ਼ ਕੀਤੀ ਉਹਨਾਂ ਨੂੰ ਸਮਝਾਉਣ ਦੀ, ਪਰ ਜੁਡੀਸ਼ੀਅਲ ਕਮਿਸ਼ਨ ਜੱਜ ਦੁਆਰਾ 14 ਦਿਨ ਦੇ ਰਿਮਾਂਡ ਜੇਲ੍ਹ ਚਲੇ ਗਏ ਨੇ। ਜੇ ਥਾਣੇ ਵਿੱਚ ਹੁੰਦੇ ਤੇ ਫਿਰ ਆਪਾਂ ਨਹੀਂ ਮੰਗੇ, ਬੜੀ ਜਾਇਜ਼ ਸੀ। ਹੁਣ ਚਲੇ ਗਏ ਨਾ ਜੁਡੀਸ਼ੀਅਲ ਦੇ ਨਾਲ ਜੇਲ੍ਹ ਦੇ ਵਿੱਚ। ਐਡੀ ਛੇਤੀ ਤੁਰਤ ਫੁਰਤ ਕੱਢ ਕੇ ਲਿਆਉਣਾ ਜੇਲ੍ਹ ਵਿੱਚੋਂ, ਇਹ ਐਸਪੀ ਤੇ ਆਈਜੀ ਦੇ ਵਾਸਤੇ ਗੱਲ ਨਹੀਂ। ਇਹ ਤਾਂ ਪ੍ਰੋਸੈਸ ਚੱਲੇਗਾ। ਪਰ ਸੰਗਤ ਕਹਿਣ ਲੱਗੀ ਨਹੀਂ ਪ੍ਰਧਾਨ ਜੀ ਅਸੀਂ ਤੇ ਮੁੰਡੇ ਲੈ ਕੇ ਜਾਣੇ ਨੇ। ਮੈਂ ਕਿਹਾ ਭਾਈ ਮੈਂ ਤੁਹਾਡੇ ਨਾਲ ਹਾਂ, ਜੇ ਲੈ ਕੇ ਜਾਣੇ ਨੇ ਤੇ ਮੈਂ ਵੀ ਇੱਥੇ ਬਹਿ ਜਾਣਾ ਵਾ। ਮੈਂ ਤੇ ਆਪਣੇ ਕੱਪੜੇ ਵਗੈਰਾ ਨਾਲ ਲੈ ਕੇ ਆਇਆ ਵਾਂ। ਮੇਰੇ ਵੱਲੋਂ ਮੇਰੀ ਤੇ ਸਾਰੀ ਉਮਰ ਗਈ ਹੋ ਗਈ ਹੈ। 16 ਸਾਲ ਤੋਂ ਲੈ ਕੇ ਮੇਰੀ 72 ਸਾਲ ਦੀ ਉਮਰ ਹੋ ਗਈ, 56 ਸਾਲ ਹੋ ਗਏ ਮੈਨੂੰ ਸਿਗਰਟ ਕਰਦਿਆਂ। ਜੇ ਮੈਂ ਤੇ ਜਿੰਨਾ ਚਿਰ ਤੁਸੀਂ ਨਹੀਂ ਉੱਠੋਗੇ ਮੈਂ ਤੁਹਾਡੇ ਤੋਂ ਬਾਅਦ ਵਿੱਚ ਉੱਠ ਕੇ ਜਾਵਾਂਗਾ। ਉੱਥੇ ਆਪਾਂ ਬੈਠ ਗਏ, ਫਿਰ ਚਰਚਾ ਸ਼ੁਰੂ ਹੋਈ ਐਸਪੀ ਨਾਲ ਆਈਜੀ ਨਾਲ। ਉਹ ਕਹਿਣ ਲੱਗੇ ਵੀ ਇਹਨਾਂ ਨੂੰ ਸਮਝਾਓ, ਬੱਚਿਆਂ ਨੂੰ ਸਮਝਾਓ, ਸੰਗਤ ਨੂੰ ਸਮਝਾਓ। ਮੈਂ ਕਿਹਾ ਆਈਜੀ ਸਾਹਿਬ ਮੈਂ ਤੇ ਸਮਝਾ ਚੁੱਕਾ ਇਹਨਾਂ ਨੂੰ, ਮੇਰੇ ਤੇ ਆਖੇ ਲੱਗੇ ਜੇ ਤੁਸੀਂ ਸਮਝਾ ਸਕਦੇ ਹੋ ਤਾਂ ਸਮਝਾ ਦਿਓ। ਆਖੇ ਫਿਰ ਅਸੀਂ ਤੁਹਾਨੂੰ ਹੱਥੇ ਨਹੀਂ ਲੈਣ ਦਿਆਂਗੇ। ਤੇ ਮੈਂ ਕਿਹਾ ਫਿਰ ਜਿਹੜੀ ਲਾਠੀ ਚਾਰਜ ਗੋਲੀ ਚਲਾਣੀ ਫਿਰ ਉਹ ਚਲਾਓ। ਤੁਹਾਡੇ ਕੋਲ ਦੋ ਹੀ ਆਪਸ਼ਨ, ਜਾਂ ਸੰਗਤ ਬਣ ਜਾਏ ਤੇ ਜਾਂ ਤੁਸੀਂ ਆਪਣਾ ਐਕਸ਼ਨ ਕਰ ਲਓ, ਤੇ ਜਾਂ ਸਾਨੂੰ ਸ਼ਾਂਤੀ ਬੈਠਾ ਰਹਿਣ ਦਿਓ। ਇੱਥੇ 2 ਦਿਨ ਲੱਗਣਗੇ, 4 ਦਿਨ ਲੱਗਣਗੇ, ਅਸੀਂ ਬੈਠੇ ਰਹਾਂਗੇ। ਉਹ ਕਹਿਣ ਲੱਗੇ ਕਿ ਚੀਜ਼ ਤੋੜ ਇਹਨਾਂ ਚਿਰ ਅਸੀਂ ਜਾਮ ਬੰਦ ਨਹੀਂ ਰੱਖ ਸਕਦੇ। ਮੈਂ ਕਿਹਾ ਤੁਹਾਡੀ ਜੀ ਅਖੀਰ ਤੁਹਾਨੂੰ ਜਦੋਂ ਗੱਲਬਾਤ ਚੱਲਦੀ ਸੀ ਉਸੇ ਟਾਈਮ ਮੈਨੂੰ ਸੀਐਮ ਹਾਊਸ ਤੋਂ ਫੋਨ ਹੁੰਦਾ ਹੈ ਕਿ ਚੀੜਾ ਸਾਹਿਬ ਸੀਐਮ ਸਾਹਿਬ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਸੀਐਮ ਸਾਹਿਬ ਨੇ ਗੱਲ ਕਹੀ ਹੈ ਪ੍ਰਧਾਨ ਜੀ ਨੂੰ ਜੀ। ਸੰਗਤ ਜੀ ਸਾਡੇ ਨਾਲ ਇਸ ਵੇਲੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਗਦੀਸ਼ ਸਿੰਘ ਝਿੰਜਾ ਦੁਬਾਰਾ ਜੁੜ ਚੁੱਕੇ ਨੇ। ਝਿੰਜਾ ਸਾਹਿਬ ਜਿੱਥੇ ਸਾਡੀ ਗੱਲ ਰੁਕੀ ਸੀ ਅਸੀਂ ਉੱਥੋਂ ਹੀ ਸ਼ੁਰੂ ਕਰ ਰਹੇ ਹੈਗੇ ਆ। ਜਿਸ ਵੇਲੇ ਹਾਲਾਤ ਵਾਪਰੇ ਨੇ ਤੇ ਹੁਣ ਜਦੋਂ ਸਮਝੌਤੇ ਦੀ ਗੱਲ ਹੋਈ ਹੈ ਤੇ ਹੁਣ ਤੁਹਾਡੀ ਨਾਇਬ ਸੈਣੀ ਜਾਂ ਪ੍ਰਸ਼ਾਸਨ ਦੇ ਨਾਲ ਕੀ ਗੱਲ ਹੋਈ ਹੈ? ਹਾਂ ਮੈਂ ਇਹੀ ਕਹਿ ਰਿਹਾ ਸਾਂ ਕਿ ਜੋ ਨਿਹੰਗ ਸਿੰਘ ਸਾਡਾ ਪਾਠ ਕਰ ਰਿਹਾ ਸੀ ਉਹਨੂੰ ਵੀ ਲਾਠੀਆਂ ਦੇ ਨਾਲ ਘਾਇਲ ਕੀਤਾ ਗਿਆ। ਜਦੋਂ ਇਹ ਕੰਮ ਜ਼ਿਆਦਾ ਵਿਗੜਦਾ ਦੇਖਿਆ ਤੇ ਫਿਰ ਸੀਐਮ ਸਾਹਿਬ ਵੱਲੋਂ ਕਾਲ ਆਈ ਕਿ ਆਪਾਂ ਇਸ ਮਸਲੇ ਨੂੰ ਬੈਠ ਕੇ ਹੱਲ ਕਰੀਏ, ਕਿਉਂਕਿ ਅਸਾਂ 25 ਤਰੀਕ ਦੀ ਇੱਕ 25 ਮੈਂਬਰੀ ਕਮੇਟੀ ਬਣਾ ਕੇ 25 ਤਰੀਕ ਨੂੰ ਵੱਡਾ ਇਕੱਠ ਕਰਨ ਦਾ ਰੋਸ ਪ੍ਰਦਰਸ਼ਨ ਕਰਨ ਵਾਸਤੇ ਅੰਬਾਲੇ ਮੰਜੀ ਸਾਹਿਬ ਬੁਲਾ ਲਿਆ ਸੀ। ਇਸ ਤੋਂ ਸਰਕਾਰ ਨੂੰ ਲੱਗਾ ਕਿ ਇਹ ਮਸਲਾ ਬੜਾ ਗੰਭੀਰ ਹੁੰਦਾ ਜਾ ਰਿਹਾ ਹੈ ਤੇ ਇਸ ਕਰਕੇ ਗੱਲਬਾਤ ਨਹੀਂ, ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ। ਕੱਲ ਸਾਨੂੰ ਸੀਐਮ ਸਾਹਿਬ ਨੇ ਸ਼ਾਮੀ 5 ਵਜੇ ਬੁਲਾਇਆ, ਜਿਹਦੇ ਸੇ ਸਾਡੀ 25 ਮੈਂਬਰੀ ਕਮੇਟੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੀਆਂ ਭਾਰਤੀ ਕਿਸਾਨ ਯੂਨੀਅਨ, ਅਕਾਲੀ ਦਲ, ਬਾਦਲ, ਕਾਂਗਰਸ ਪਾਰਟੀ, ਸਾਰੇ ਹੀ ਲੀਡਰ ਉੱਥੇ ਮੌਜੂਦ ਸਨ। ਤੇ ਉਹਨਾਂ ਦੇ ਵਿੱਚ ਸੀਐਮ ਸਾਹਿਬ ਜਦੋਂ ਗੱਲ ਆਈ ਤੇ ਮੈਂ ਸੀਐਮ ਸਾਹਿਬ ਨੂੰ ਕਿਹਾ ਵੇਖੋ ਇਹ ਹੁਣ ਜੇ ਤੁਸੀਂ ਸਮਝੌਤਾ ਕਰਨ ਲਈ ਸਾਨੂੰ ਬੁਲਾਇਆ ਹੈ ਤੇ ਸਮਝੌਤੇ ਵਾਸਤੇ ਇੱਕ ਤੇ ਪਹਿਲੀ ਕੋਈ ਕੰਡੀਸ਼ਨ ਨਹੀਂ ਹੋਣੀ ਚਾਹੀਦੀ। ਜੇ ਤੁਸੀਂ ਕੰਡੀਸ਼ਨ ਰੱਖੋਗੇ ਤਾਂ ਸਮਝੌਤਾ ਨਹੀਂ ਹੋਣਾ, ਜੇ ਅਸੀਂ ਕੰਡੀਸ਼ਨ ਰੱਖਾਂਗੇ ਤਾਂ ਸਮਝੌਤਾ ਨਹੀਂ ਹੋਣਾ। ਬਗੈਰ ਕੰਡੀਸ਼ਨ ਤੋਂ ਸਮਝੌਤੇ ਹੁੰਦੇ ਨੇ। ਦੂਜੀ ਗੱਲ, ਅਸੀਂ ਆਪਣੀ ਈਗੋ ਛੱਡ ਕੇ ਤੁਹਾਡੇ ਕੋਲ ਆ ਗਏ ਹਾਂ। ਹੁਣ ਤੁਹਾਡੇ ਗੇਮ ਪਾਲੇ ਵਿੱਚ ਤੇ ਤੁਸੀਂ ਜੇ ਪ੍ਰਸ਼ਾਸਨ ਵੀ ਆਪਣੀ ਈਗੋ ਛੱਡੇ ਤੇ ਤੁਸੀਂ ਵੀ ਇੱਕ ਨਿਰਣਾਇਕ ਫੈਸਲਾ ਲੈ ਸਕੋ, ਫੈਸਲਾ ਤਾਂ ਸਿਰੇ ਚੜੇਗਾ, ਵੈਸੇ ਨਹੀਂ ਚੜ ਸਕਦਾ ਜੀ। ਕਿਉਂਕਿ ਜਿਮ ਸਾਹਿਬ ਨੇ ਨਾਲੇ ਸਾਡੇ ਆਈਜੀ ਸਾਹਿਬ ਆਪਣਾ ਡੀਜੀਪੀ ਸਾਹਿਬ ਬੈਠੇ ਸਨ, ਸੌਰਵ ਸਿੰਘ, ਉਹਨਾਂ ਸੀਐਮ ਸਾਹਿਬ ਨੇ ਜਦੋਂ ਮੈਂ ਉਹਨਾਂ ਦੇ ਗੇਟ ਪਾਲੇ 'ਚ ਰੱਖ ਦਿੱਤੀ ਬਸ ਸੀਐਮ ਸਾਹਿਬ ਫੈਸਲਾ ਤੁਸੀਂ ਕਰੋ। ਸੰਗਤ ਵੀ ਖੁਸ਼ ਹੋ ਜਾਏ, ਤੁਹਾਡਾ ਪ੍ਰਸ਼ਾਸਨ ਵੀ ਖੁਸ਼ ਹੈ। ਅਸੀਂ ਨਹੀਂ ਚਾਹੁੰਦੇ ਕੋਈ ਨਾਰਾਜ਼ ਹੋਵੇ, ਪਰ ਫੈਸਲਾ ਇਹੋ ਜਿਹਾ ਹੋਣਾ ਚਾਹੀਦਾ ਜਿਹਦੇ ਨਾਲ ਸੰਗਤ ਨੂੰ ਪ੍ਰਵਾਨਗੀ ਠੀਕ ਮਿਲ ਜਾਏ ਕਿ ਸਾਨੂੰ ਪੂਰਾ ਨਿਆਂ ਮਿਲੇ, ਕਿਉਂਕਿ ਜੋ ਵਾਅਦਾ ਕੀਤਾ ਗਿਆ ਉਹ ਪੁਲਿਸ ਵੱਲੋਂ ਕੀਤਾ ਗਿਆ, ਸਾਡੇ ਵੱਲੋਂ ਨਹੀਂ ਕੀਤਾ ਗਿਆ। ਇੱਥੇ ਪੇਚ ਇੱਕ ਫਸਿਆ ਹੋਇਆ ਸੀ ਕਿ ਸੀਐਮ ਸਾਹਿਬ ਦੇ ਨਾਲ ਜਿਹਨਾਂ ਗੱਲ ਕੀਤੀ ਉੱਥੇ ਪੇਚ ਇਹ ਫਸ ਗਿਆ ਵੀ ਜਿਹੜੇ ਨਿਹੰਗ ਸਿੰਘ ਜੇਲ੍ਹ ਦੇ ਵਿੱਚ ਅਸਾਂ ਬੰਦ ਕੀਤੇ ਨੇ, ਜਿਨ੍ਹਾਂ ਨੇ ਡੀਐਸਪੀ ਦਾ ਹੱਥ ਵੱਢਿਆ, ਉਹਨਾਂ ਤੇ ਪਰਚਾ ਅਸੀਂ ਨਹੀਂ ਕੈਂਸਲ ਕਰ। ਇੱਥੇ ਪੇਚ ਫਸਿਆ ਹੋਇਆ ਸੀ। ਚਲੋ ਉੱਥੇ ਜਦੋਂ ਬੈਠੇ ਡੀਜੀਪੀ ਸਾਹਿਬ ਨੇ ਵੀ ਗੱਲ ਕੀਤੀ, ਗੱਲ ਬੜੇ ਹੀ ਸ਼ਾਂਤ ਮਾਹੌਲ ਦੇ ਨਾਲ ਹੋਈ ਤੇ ਮੈਨੂੰ ਲੱਗਾ ਦੇਖੋ ਜੀ ਸਰਦਾਰ ਸਾਹਿਬ, ਜੇ ਦੋਵਾਂ ਤਰ੍ਹਾਂ ਦੀ ਨੀਤੀ ਠੀਕ ਹੋਵੇ, ਨੀਅਤ ਸਾਫ਼ ਹੋਵੇ ਦੋਵਾਂ ਤਰ੍ਹਾਂ, ਤੇ ਫਿਰ ਸਮਝੌਤੇ ਸਿਰੇ ਚੜ ਜਾਂਦੇ ਨੇ।
ਮੈਨੂੰ ਲੱਗਾ ਕਿ ਨੀਤੀ ਵੀ ਠੀਕ ਹੈ, ਨੀਅਤ ਸਾਡੀ ਵੀ ਠੀਕ ਹੈ ਤੇ ਨੀਅਤ ਸੀਐਮ ਸਾਹਿਬ ਦੀ ਵੀ ਠੀਕ, ਤੇ ਸਮਝੌਤਾ ਚੜਨ ਦੇ ਆਸਾਰ ਬਣ ਗਏ। ਉੱਥੇ ਜੀ ਫਿਰ ਅਖੀਰ ਫੈਸਲਾ ਇਹ ਹੋਇਆ ਕਿ ਦੋਵੇਂ ਪਰਚੇ ਜਿਹੜੇ 8 ਤਰੀਕ ਵਾਲੇ ਪਰਚੇ ਤੇ 14 ਤਰੀਕ ਵਾਲੇ ਦੋਵੇਂ ਪਰਚੇ ਕੈਂਸਲ ਕੀਤੇ ਜਾਣਗੇ। ਜਿਹੜੇ ਬੰਦੇ, ਜਿਹੜਾ ਨਿਹੰਗ ਸਿੰਘ ਸਾਡਾ ਜੇਲ੍ਹ ਵਿੱਚ ਅੰਦਰ ਹੈ ਜਾਂ ਦੋ ਅੰਦਰ ਹੋਰ ਜੇਲ੍ਹ ਦੇ ਵਿੱਚ 15 ਦਿਨਾਂ ਦੀ ਗਏ ਨੇ, ਉਹਨਾਂ ਦੀ 23 ਤਰੀਕ ਤੱਕ ਅਸੀਂ ਜ਼ਮਾਨਤ ਕਰਵਾ ਦਿਆਂਗੇ। ਐਪਲੀਕੇਸ਼ਨ ਤੁਸੀਂ ਲਾ ਦਿਓ, ਕਿਉਂਕਿ ਇਹ ਸਾਰਾ ਜੁਡੀਸ਼ੀਅਲ ਚਲਾ ਗਿਆ ਹੈ ਜੀ, ਤੇ ਉਹਨਾਂ ਦੀ ਜ਼ਮਾਨਤ ਹੋ ਜਾਏਗੀ। ਤੇ ਉਸ ਤੋਂ ਬਾਅਦ ਅਗਲੀ ਪ੍ਰਤੀਕਿਰਿਆ ਜਿਹੜੀ ਉਹ ਕਰਕੇ 8 ਦਿਨਾਂ ਦੇ ਅੰਦਰ ਅੰਦਰ ਉਹਨਾਂ ਦੇ ਪਰਚੇ ਕੈਂਸਲ ਕਰ ਦਿੱਤੇ ਜਾਣਗੇ। ਬਹੁਤ ਫਿਰ ਵਧੀਆ। ਇਹ ਗੱਲ ਤੋਂ ਬਾਅਦ ਗੱਲ ਆ ਗਈ ਕਿ ਹੁਣ 25 ਤਰੀਕ ਨੂੰ ਕੀ ਕਰਨਾ ਪਏਗਾ, ਕਿਉਂਕਿ ਜੀ 25 ਤਰੀਕ ਦੀ ਸਾਰੇ ਚੈਨਲਾਂ ਰਾਹੀਂ ਇਹ ਅਸੀਂ ਕਾਲ ਕਰ ਚੁੱਕੇ ਹਾਂ ਤੇ ਸੰਗਤ ਸਾਰੀ ਆਉਣ ਨੂੰ ਸਾਰੀ ਤਿਆਰ ਹੋ ਚੁੱਕੀ ਸੀ ਕਿ 25 ਤਰੀਕ ਅਸਾਂ ਹੋਮ ਆ ਕੇ ਆਪਣਾ ਨਿਆਂ ਲੈਣ ਜਾਣਾ। ਜਦੋਂ ਜੀ 25 ਤਰੀਕ ਦੀ ਗੱਲ ਆਈ ਤੇ ਮੈਂ ਆਪਣੇ ਵੱਲੋਂ ਸੁਝਾਅ ਰੱਖਿਆ ਵੀ ਆਪਣੀ ਗੱਲ ਹੁਣ ਖਤਮ ਹੋ ਗਈ ਹੈ, 23 ਤਰੀਕ ਤੱਕ ਸਾਡੇ ਬੱਚੇ ਵਾਪਸ ਆ ਜਾਣਗੇ, ਜ਼ਮਾਨਤ ਉਹਨਾਂ ਦੀ ਹੋ ਜਾਏਗੀ। ਅਗਲੇ ਪ੍ਰੋਸੈਸ ਨੂੰ 10 ਦਿਨ ਲੱਗਣੇ ਨੇ, ਹਫਤਾ ਲੱਗ ਜਾਏ, 10 ਦਿਨ ਲੱਗ ਜਾਏ ਪਰਚੇ ਕੈਂਸਲ ਹੋਣੇ 'ਚ, ਤੇ ਉਹ ਫਿਰ ਆਪਾਂ 25 ਤਰੀਕ ਨੂੰ ਇੱਕ ਸ਼ੁਕਰਾਨੇ ਵਜੋਂ ਪੰਜੋਖੜਾ ਸਾਹਿਬ ਇਕੱਠੇ ਹੋ ਕੇ ਤੇ ਉੱਥੇ ਸੀਐਮ ਸਾਹਿਬ ਵੀ ਆ ਜਾਣਗੇ, ਪ੍ਰਸ਼ਾਸਨ ਵੀ ਆ ਜਾਏਗਾ, ਸਾਡੀ ਸੰਗਤ ਵੀ ਆ ਜਾਏਗੀ ਤੇ ਸ਼ੁਕਰਾਨੇ ਦੀ ਅਰਦਾਸ ਕਰ ਦਿੱਤੀ ਜਾਏਗੀ ਮਸਲਾ ਹੱਲ ਸ਼ਾਂਤੀਪੂਰਵਕ ਨਿਬੜ ਗਿਆ। ਉੱਥੇ ਫਿਰ ਮੈਂ ਗੱਲ ਆਈ ਇੱਥੇ ਕਿ 25 ਤਰੀਕ ਤੁਸੀਂ ਨਾ ਰੱਖੋ ਤੇ ਆਪਾਂ ਪਹਿਲੋਂ, ਕਿਉਂਕਿ ਵਿੱਚ 2-3 ਦਿਨ ਪਹਿਲੋਂ ਮੇਰੇ ਕੋਲ ਮੰਡ ਦਾ ਵੀ ਲੈਟਰ ਆ ਗਿਆ ਸੀ ਵੀ ਮੈਂ ਹੀ ਮਾਫੀ ਮੰਗਣ ਲਈ ਤਿਆਰ ਹਾਂ, ਮੈਂ ਆਪਣਾ ਪਰਚਾ ਵਾਪਸ ਲੈ ਲੈਣਾ ਵਾ ਤੇ ਆਪਾਂ ਬੈਠ ਕੇ ਸਾਰਵਜਨਿਕ ਮੈਂ ਲਿਖਤ ਰੂਪ ਵਿੱਚ ਮਾਫੀ ਮੰਗ ਲਾਂਗਾ ਤੇ ਇਸ ਗੱਲ ਨੂੰ ਆਪਾਂ ਖਤਮ ਕਰੀਏਗਾ, ਨਾ ਵਧਾਈਏ। ਉਹ ਵੀ ਸੰਗਤ ਵਿੱਚ ਗੱਲ ਰੱਖੀ ਗਈ, ਸੀਐਮ ਸਾਹਿਬ ਸਾਹਮਣੇ ਰੱਖੀ ਗਈ, ਉੱਥੇ ਵੀ ਸਾਡੀ ਸਹਿਮਤੀ ਬਣੀ ਵੀ ਜੇ ਲਿਖਤ ਰੂਪ ਵਿੱਚ ਉਹ ਮਾਫੀ ਮੰਗਦਾ ਸਾਰਵਜਨਿਕ ਤੌਰ ਤੇ ਉਹਨੂੰ ਮਾਫ ਕਰ ਦਿਓ। ਸਿੱਖ ਤੇ ਹਮੇਸ਼ਾ ਹੀ ਮਾਫ ਕਰਦੇ ਆਏ ਨੇ, ਚਲੋ ਜੇ ਦੁਸ਼ਟ ਨੇ ਕਰ ਲਿਆ ਤੇ ਉਹਦੀ ਛਿੱਤਰ ਪਰੇਡ ਸਰਵਿਸ ਹੀ ਚੰਗੀ ਹੋ ਗਈ ਹੈ ਨੌਜਵਾਨ ਨਾਲੋਂ, ਇਸ ਗੱਲ ਨੂੰ ਖਤਮ ਕਰ ਦੇਣਾ ਚਾਹੀਦਾ। ਇਸ ਗੱਲ ਤੇ ਸਾਰੀ ਸਹਿਮਤੀ ਬਣ ਗਈ ਤੇ ਫਿਰ ਗੱਲ ਆ ਗਈ ਕਿ ਆਪਾਂ ਸੀਐਮ ਸਾਹਿਬ ਵੀ ਕਹਿਣ ਲੱਗੇ ਪ੍ਰਧਾਨ ਜੀ ਇਸ ਤਰ੍ਹਾਂ ਆਪਾਂ 25 ਤਰੀਕ ਦਾ ਇਕੱਠ ਨਾ ਕਰੀਏ, ਕਿਉਂਕਿ 25 ਤਰੀਕ ਦੀ ਤੁਹਾਡੇ ਵੱਲੋਂ ਕਾਲ ਗਈ ਹੈ, ਪਤਾ ਨਹੀਂ ਕੋਈ ਇਹੋ ਜਿਹੇ ਵਿੱਚ ਕੋਈ ਸੰਗਤ ਨਾ ਆ ਜਾਏ ਜਿਹੜੀ ਇੱਕਦਮ ਉਗਰ ਰੂਪ ਧਾਰਨ ਕਰ ਲੈ, ਆਪਾਂ ਡੇਟ ਥੋੜੀ ਜਗ੍ਹਾ ਵਧਾ ਲਈ। ਉਹ ਫਿਰ ਸਾਰਿਆਂ ਦੀ ਸਹਿਮਤੀ ਬਣੀ ਕਿ ਜਿਸ ਤਰ੍ਹਾਂ ਮੰਡ ਵੱਲੋਂ ਵੀ ਮਾਫੀਨਾਮਾ ਆ ਜਾਏਗਾ, 10 ਦਿਨ ਲੱਗਣ, 5 ਦਿਨ ਲੱਗਣ, ਹਫਤਾ ਲੱਗੇ, ਸਾਰੇ ਪਰਚੇ ਵੀ ਕੈਂਸਲ ਹੋ ਜਾਣਗੇ। 23 ਤਰੀਕ ਨੂੰ ਸਾਡੇ ਮੁੰਡੇ ਵੀ ਬਾਹਰ ਆ ਜਾਣਗੇ ਤੇ ਸੀਐਮ ਸਾਹਿਬ ਡੀਜੀਪੀ ਨੇ ਭਰੋਸਾ ਦਵਾਇਆ ਕਿ ਅਸੀਂ ਸਵੇਰ ਤੋਂ ਹੀ ਇਹ ਪ੍ਰਤੀਕਿਰਿਆ ਸ਼ੁਰੂ ਕਰ ਦਿਆਂਗੇ। ਉਹਨਾਂ ਆਪਣੀ ਜ਼ੁਬਾਨ ਤੇ ਰਹੇ ਨੇ, ਮੈਂ ਆਪਣੇ ਵਕੀਲ ਦੀ ਡਿਊਟੀ ਲਾ ਦਿੱਤੀ ਹੈ, ਨਾਲ ਇੱਕ ਮੈਂਬਰ ਸਾਹਿਬਾਨ ਦੀ ਡਿਊਟੀ ਲਾ ਦਿੱਤੀ ਹੈ। ਅੱਜ ਉਹ ਐਸਪੀ ਸਾਹਿਬ ਨੂੰ ਮਿਲੇ ਨੇ ਤੇ ਐਸਪੀ ਸਾਹਿਬ ਨੂੰ ਉਹਨਾਂ ਦੀ ਜ਼ਮਾਨਤ ਵਾਸਤੇ ਜੋ ਐਪਲੀਕੇਸ਼ਨ ਦੇ ਦਿੱਤੀ ਗਈ ਹੈ, ਐਸਪੀ ਸਾਹਿਬ ਨੇ ਕਿਹਾ ਹੈ ਕਿ 23 ਤਰੀਕ ਤੋਂ ਪਹਿਲੋਂ ਅਸੀਂ ਜਿਹੜਾ ਇਹਨਾਂ ਦੀ ਜ਼ਮਾਨਤ ਲੈ ਲਾਂਗੇ, ਜੱਜ ਦੇ ਕੋਲ ਕੱਲ ਨੂੰ ਪੇਸ਼ ਕਰ ਦਿਆਂਗੇ, ਉਹ 1-2 ਦਿਨ ਦੀ ਡੇਟ ਪਾ ਕੇ ਉਹਨਾਂ ਦੀ ਜ਼ਮਾਨਤ ਹੋ ਜਾਏਗੀ। ਉਸ ਤੋਂ ਬਾਅਦ ਜਿਹੜਾ ਹਫਤਾ ਲੱਗੇ, 10 ਦਿਨ ਲੱਗੇ ਤੇ ਇਹਨਾਂ ਦੇ ਪਰਚੇ ਕੈਂਸਲ ਹੋ ਜਾਣਗੇ ਤੇ ਉਸ ਤੋਂ ਬਾਅਦ ਫਿਰ ਸੀਐਮ ਸਾਹਿਬ ਨੂੰ ਬੁਲਾ ਕੇ ਪੰਜੋਖੜਾ ਸਾਹਿਬ ਤੇ ਉੱਥੇ ਸ਼ੁਕਰਾਨੇ ਦੀ ਅਰਦਾਸ ਕੀਤੀ ਜਾਏਗੀ। ਇਹ ਹੈ ਸਾਰੀ। ਬਹੁਤ ਵਧੀਆ ਤੁਸੀਂ ਚਿੰਜਾ ਸਾਹਿਬ ਜਿਹੜੇ ਮਸਲੇ ਨੂੰ ਨਜਿੱਠਿਆ ਹੈਗਾ, ਲੇਕਿਨ ਕਈ ਸਵਾਲ ਸੰਗਤੀ ਤੌਰ ਤੇ ਕਹਿ ਲਓ ਜਾਂ ਸਾਡੇ ਦਿੱਲੀ ਚ ਨੇ। ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਸਾਰੇ ਸਵਾਲਾਂ ਦਾ ਜਵਾਬ ਦਿਓ, ਕਿਉਂਕਿ ਸੰਗਤਾਂ ਇਨ ਸਵਾਲਾਂ ਦਾ ਜਵਾਬ ਚਾਹੁੰਦੀਆਂ ਹੈਗੀਆਂ ਨੇ। ਮੇਰਾ ਸਭ ਤੋਂ ਪਹਿਲਾ ਸਵਾਲ ਚਿੰਜਾ ਸਾਹਿਬ ਇਹ ਹੈਗਾ ਕਿ ਨੌਜਵਾਨ ਜਿਹੜੇ ਜੇਲ੍ਹ ਚ ਨੇ ਉਹਦੇ ਬਾਹਰ ਆ ਜਾਣਗੇ, ਲੇਕਿਨ ਜਿਸ ਨੌਜਵਾਨ ਦੀ ਰੀੜ੍ਹ ਦੀ ਹੱਡੀ ਟੁੱਟੀ ਹੈ, ਜਿਹੜਾ ਜੋਰੇ ਇਲਾਜ ਹੈ, ਉਹਦਾ ਕੀ ਬਣੇਗਾ? ਉਸ ਤਰ੍ਹਾਂ ਜੀ ਉਹ ਅਸਾਂ ਸਰਕਾਰ ਕੋਲ ਕੋਈ ਭੀਖ ਨਹੀਂ ਮੰਗੀ ਉਹਦੇ ਬਾਰੇ। ਉਹਦੇ ਵਾਸਤੇ ਅਸਾਂ ਇੱਕ ਗੱਲ ਕਹੀ ਹੈ, ਮੈਂ ਹਰ ਰੋਜ਼ ਉਹਨੂੰ ਮਿਲ ਰਿਹਾ ਵਾਂ, ਪਰਸੋਂ ਕੱਲ ਵੀ ਮੈਂ ਮਿਲ ਕੇ ਆਇਆ ਵਾਂ, ਪਰਸੋਂ ਮਿਲਿਆ, ਮੈਂ ਤਕਰੀਬਨ ਰੋਜ਼ ਮਿਲ ਕੇ ਆਉਣਾ ਵਾਂ। ਉਹਦੀ ਪਿੱਛੇ ਉਹਦੇ ਵਾਸਤੇ ਅਸਾਂ ਉਹਨਾਂ ਨੂੰ ਕਿਹਾ ਹੈ ਵੀ ਉਹਨਾਂ ਨੂੰ ਸ਼ਾਂਤ ਕਰਨ ਵਾਸਤੇ ਜਿੰਨਾ ਖਰਚਾ ਹੈ ਹਰਿਆਣਾ ਤੁਹਾਡੀ, ਮੈਂ ਮਾਫੀ ਚਾਹਨਾ ਚਿੰਜਾ ਸਾਹਿਬ, ਤੁਹਾਡੀ ਆਵਾਜ਼ ਚਲੀ ਗਈ ਹੈ।
ਮਾਫੀ ਚਾਹੁੰਦੇ ਆ ਸੰਗਤ ਜੀ ਕਿ ਇੰਟਰਨੈਟ ਦੀ ਕਨੈਕਟੀਵਿਟੀ ਕਰਕੇ ਇੱਕ ਦੋ ਵਾਰ ਚੀਂਜਾ ਸਾਹਿਬ ਨਾਲ ਕੰਟੈਕਟ ਸਾਡਾ ਟੁੱਟ ਗਿਆ ਸੀ। ਚੀਂਜਾ ਸਾਹਿਬ ਦੁਬਾਰਾ ਜੁੜ ਚੁੱਕੇ ਨੇ। ਤੇ ਚੀਂਜਾ ਸਾਹਿਬ, ਮੈਂ ਆਪਣੇ ਸਵਾਲ ਤੋਂ ਹੀ ਗੱਲ ਕਰਨਾ ਕਿ ਜਿਸ ਨੌਜਵਾਨ ਦੀ ਰੀੜ੍ਹ ਦੀ ਹੱਡੀ ਟੁੱਟੀ, ਜਿਹੜਾ ਇਸ ਵੇਲੇ ਹਸਪਤਾਲ ਵਿੱਚ ਹੈ, ਉਹਦੇ ਇਲਾਜ ਦੀ ਜ਼ਿੰਮੇਵਾਰੀ ਹੁਣ ਕਿਹਦੀ ਹੈ? ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂ ਇਸ ਪ੍ਰਸ਼ਾਸਨ ਉਹਦੀ ਜ਼ਿੰਮੇਵਾਰੀ ਚੁੱਕੇਗਾ? ਨਹੀਂ ਜੀ, ਅਸੀਂ ਪ੍ਰਸ਼ਾਸਨ ਕੋਲੋਂ ਕੋਈ ਭੀਖ ਨਹੀਂ ਮੰਗੀ, ਭਾਵੇਂ ਸਾਡੀਆਂ ਗੱਡੀਆਂ ਵੀ ਗੁਰਦੁਆਰੇ ਪ੍ਰਸ਼ਾਸਨ ਨੇ ਤੋੜੀਆਂ। ਇਹ ਸਾਡਾ ਫੈਸਲਾ ਸੀ। ਤੇ ਜਿਸ ਦਿਨ ਹੀ ਉਹਨੂੰ ਹਸਪੀਟਲ ਲਿਆ ਗਿਆ ਸੀ ਉਸ ਨੌਜਵਾਨ ਨੂੰ, ਉਸੇ ਦਿਨ ਅਸਾਂ ਅਨਾਉਂਸਮੈਂਟ ਕਰਤਾ ਸੀ ਕਿ ਉਹਦੇ ਪਰਿਵਾਰ ਵਿੱਚੋਂ ਜਾਂ ਉਹਨੂੰ ਨੌਕਰੀ ਦਿੱਤੀ ਜਾਏਗੀ, ਉਹਦੇ ਸਾਰੇ ਇਲਾਜ ਦਾ ਖਰਚਾ ਅਸੀਂ ਚੁੱਕਾਂਗੇ। ਜਦੋਂ ਮੈਂ ਪਹਿਲੇ ਦਿਨ ਉਹਨੂੰ ਵੇਖਣ ਗਿਆ ਤੇ ਉਹ ਜਨਰਲ ਵਾਰਡ ਸੀ, ਤੇ ਮੈਨੂੰ ਬੜਾ ਦੁੱਖ ਹੋਇਆ ਕਿ ਇੱਕ ਨੌਜਵਾਨ ਦਾ ਐਡਾ ਵੱਡਾ ਇਹਨੂੰ ਮਤਲਬ ਐਕਸੀਡੈਂਟ ਹੋਇਆ ਇਹਦੇ ਨਾਲ, ਤੇ ਇਹਨੂੰ ਜਨਰਲ ਵਾਰਡ 'ਚ ਕਿਉਂ ਰੱਖਿਆ ਗਿਆ। ਇਸੇ ਕਰਕੇ ਉਹਨੂੰ ਸਪੈਸ਼ਲ ਇੱਕ ਏਸੀ ਵਾਲਾ ਕਮਰਾ ਦਵਾਇਆ, ਉਹਦੇ ਤੇ ਇੱਕ ਸੇਵਾਦਾਰ ਛੱਡਿਆ ਗਿਆ। ਮੈਂ ਹਰ ਰੋਜ਼ ਉਹਨੂੰ ਮਿਲ ਕੇ ਜਾ ਰਿਹਾ। ਉਹਦੀ ਹੁਣ ਪੋਜੀਸ਼ਨ ਬਿਲਕੁਲ ਸਹੀ ਹੈ, ਉਹ ਖਾਣਾ ਵੀ ਖਾਣ ਲੱਗ ਪਿਆ, ਅਤੇ ਉਹ ਬਿਲਕੁਲ ਜਿੰਨਾ ਵੀ ਖਰਚਾ ਉਹਦਾ ਹੋਏਗਾ ਉਹ ਸਾਰਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਗੀ। ਕਿਸੇ ਵੀ ਸਰਕਾਰ ਕੋਲ ਕਿਸੇ ਤਰ੍ਹਾਂ ਦੀ ਵੀ ਅਸੀਂ ਸਹਾਇਤਾ ਨਹੀਂ ਲੈਣੀ। ਜੀ ਬਹੁਤ ਅੱਛੀ ਗੱਲ ਹੈ ਜੀ, ਕਿਉਂਕਿ ਹਰਿਆਣਾ ਕਮੇਟੀ ਜਦੋਂ ਅਗਵਾਈ ਕਰ ਰਹੀ ਹੈਗੀ ਹਰਿਆਣਾ ਦੇ ਸਿੱਖਾਂ ਦੀ ਇਹ ਸਾਰੇ ਮਸਲੇ ਦੀ, ਤੇ ਉਹਦਾ ਖਰਚਾ ਚੁੱਕਿਆ ਜਾ ਰਿਹਾ। ਬੜੀ ਮੈਂ ਕਹਿ ਸਕਦਾ ਕਿ ਅੱਛਾ ਫੈਸਲਾ ਹੈਗਾ ਹਰਿਆਣਾ ਕਮੇਟੀ ਦਾ। ਦੂਸਰੀ ਗੱਲ, ਜਿਹੜੀ ਇੱਕ ਚੀਜ਼ ਸੋਸ਼ਲ ਮੀਡੀਆ ਦੇ ਉੱਤੇ ਚੱਲ ਵੀ ਰਹੀ ਹੈ, ਉਹ ਇੱਕ ਕਨਫਿਊਜ਼ਨ ਹੈ, ਉਹ ਦੁਚਿੱਤਾਪਨ ਹੈ, ਮੈਂ ਦੂਰ ਕਰਨਾ ਚਾਹੁੰਦਾ। ਗੁਰਸਿਮਰਨ ਸਿੰਘ ਮੰਡ ਨੇ ਮਾਫੀ ਦੀ ਚਿੱਠੀ ਤੁਹਾਨੂੰ ਦੇ ਦਿੱਤੀ ਹੈ ਜਾਂ ਚਿੱਠੀ ਦੀ ਉਹਨੇ ਤੁਹਾਡੇ ਤੱਕ ਗੱਲ ਪਹੁੰਚਾਈ ਹੈਗੀ ਹੈ? ਕੀ ਤੁਹਾਡੇ ਕੋਲ ਲਿਖਤੀ ਚਿੱਠੀ ਆ ਗਈ ਉਹਦੀ? ਨਹੀਂ, ਮੈਂ ਤੁਹਾਨੂੰ ਦੱਸਣਾ ਜੀ, ਉਹਦਾ ਕੋਈ ਸਾਥੀ ਹੈ ਜੋ RSS ਦਾ ਬੰਦਾ ਹੈ ਮੇਰਠ ਦੇ ਵਿੱਚ ਜੀ। ਉਹਨੇ ਉਸ ਨੂੰ ਜਾ ਕੇ ਅਪਰੋਚ ਕੀਤਾ ਹੈ ਬਈ ਭਾਈ ਮੈਂ ਮਾਫੀ ਮੰਗਣਾ ਚਾਹੁੰਦਾ ਵਾਂ ਤੇ ਤੂੰ ਵਿੱਚ ਪਾਓ। ਉਹ ਮੇਰਠ ਦੇ ਵਿੱਚ ਇੱਕ ਗੁਰਦੁਆਰਾ ਹੈ ਸਿੰਘ ਸਭਾ, ਉਹਦਾ ਪ੍ਰਧਾਨ ਹੈ ਜਸਬੀਰ ਸਿੰਘ ਜੀ। ਉਹਨੇ ਸਾਨੂੰ ਜਿਹੜਾ ਲੈਟਰ ਉਹਨਾਂ ਸਾਨੂੰ ਭੇਜਿਆ, ਸਾਡੇ ਹੈਡ ਆਫਿਸ ਮੇਰੇ ਨਾਂ ਦਾ ਲੈਟਰ ਆਇਆ ਹੈ ਵੀ ਮੰਡ ਇਸ ਤਰ੍ਹਾਂ ਮਾਫੀ ਮੰਗਣਾ ਚਾਹੁੰਦਾ ਹੈ, ਤੇ ਆਪਣਾ ਜਿਹੜਾ ਉਹਨੇ ਪਰਚਾ ਤੁਹਾਡੇ ਤੇ ਦਿੱਤਾ ਹੈ ਉਹ ਵੀ ਆਪਣਾ ਉਹ ਆਂਦਾ ਮੈਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਂਗਾ, ਤੇ ਸਾਰਵਜਨਿਕ ਤੌਰ ਤੇ ਮਾਫੀ ਮੰਗਾਂਗਾ। ਉਥੋਂ ਉਹ ਵੀ ਲੈਟਰ ਆ ਗਿਆ ਜਿਹੜਾ ਉਹਨੇ ਉੱਥੇ ਵਾਲਿਆਂ ਨੂੰ ਸਾਨੂੰ ਭੇਜ ਦਿੱਤਾ ਉਹ ਲੈਟਰ ਵੀ ਇਹ ਮਨ ਦੀ ਇੱਛਾ ਹੈ। ਤੇ ਨਾਲ ਦੀ ਨਾਲ ਜਿਹੜਾ ਪ੍ਰਧਾਨ ਹੈ ਜਸਵੀਰ ਸਿੰਘ ਮੇਠ ਵਾਲਾ, ਉਹਨੇ ਆਪਣੇ ਵੱਲੋਂ ਲੈਟਰ ਭੇਜ ਦਿੱਤਾ, ਬੇਨਤੀ ਕੀਤੀ ਹੈ ਵੀ ਪ੍ਰਧਾਨ ਜੀ ਇਹਨੂੰ ਮਾਫੀ ਦੇ ਕੇ ਤੇ ਇਸ ਮਸਲੇ ਨੂੰ ਖਤਮ ਕੀਤਾ ਜਾਏ ਤਾਂ ਕਿ ਇਹ ਅਗਾਂਹ ਗੱਲ ਨਾ ਵੱਧ ਸਕੇ। ਨਹੀਂ ਚੀਜਾ ਸਾਹਿਬ, ਖੁਸ਼ੀ ਦੀ ਗੱਲ ਹੈ ਕਿ ਸੰਗਤ ਹਕੀਕਤ ਵਿੱਚ ਪੂਰੇ ਵਰਲਡ ਤੱਕ ਖਬਰ ਪਹੁੰਚੀ ਹੈਗੀ ਹੈ ਜਿਹੜਾ ਘਟਨਾ ਵਾਪਰੀ ਅੰਬਾਲਾ ਦੇ ਅੰਦਰ। ਸੰਗਤਾਂ ਵੀ ਇਹੋ ਚਾਹੁੰਦੀਆਂ ਨੇ ਕਿ ਇਹ ਮਸਲਾ ਖਤਮ ਹੋ ਜਾਏ, ਲੇਕਿਨ ਇਹ ਕਹਿੰਦੇ ਇੱਕ ਸਵਾਲ ਹੁੰਦਾ ਹੈ ਕਿ ਅਗਰ ਸਿਮਰਤ ਮੰਡ ਮਾਫੀ ਮੰਗ ਲੈਂਦਾ ਹੈ ਤੇ ਮੇਰਾ ਬੜਾ ਕੋੜਾ ਸਵਾਲ ਹੈਗਾ, ਸ਼ੁਕਰਾਨੇ ਸਮਾਗਮ ਵਿੱਚ ਕੀ ਗੁਰਦੁਆਰੇ ਦੀ ਸਟੇਜ ਦੇ ਉੱਤੇ ਉਹਨੂੰ ਹੀ ਸਰੋਪੇ ਪਾਏ ਜਾਣਗੇ? ਕਮਾਲ ਕਰਦੇ ਹੋ ਤੁਸੀਂ। ਹਾਂ, ਤੇ ਉਹ ਜੇ ਕਰਦਾ ਵੀ ਜ਼ਖਮ ਦੇ ਉੱਤੇ ਨਿਮਕ ਛੱਡ ਦਿੱਤਾ। ਨਹੀਂ ਇਹੋ ਨਹੀਂ, ਮੈਂ ਤਾਂ ਸਵਾਲ ਪੁੱਛ ਰਿਹਾ ਜੀ ਆਪ ਜੀ ਤੋਂ। ਸੰਗਤ ਦੇ ਦਿਮਾਗ ਵਿੱਚ ਗੱਲਾਂ ਆ ਰਹੀਆਂ ਨੇ। ਮੈਂ ਵੀ ਤੁਹਾਨੂੰ ਸਰਦਾਰ ਸਾਹਿਬ ਇਹ ਕਹਿਤਾ ਹੈ ਵੀ ਸੰਗਤ ਉਹਨੂੰ ਸਟੇਜ ਤੇ ਭਾਵੇਂ ਉਹ ਸਟੇਜ ਤੇ ਅਸੀਂ ਇਹ ਵੀ ਨਹੀਂ ਚਾਹਾਂਗੇ ਕਿ ਲਿਖਤ ਰੂਪ ਵਿੱਚ ਉਹ ਸਾਰਵਜਨਿਕ ਤੌਰ ਤੇ ਮਾਫੀ ਮੰਗੇਗਾ। ਹਾਲੀ ਨਵਾਂ ਮਸਲਾ ਹੈ, ਜੇ ਕਿਤੇ ਸੰਗਤ ਤੇ ਆ ਗਿਆ ਤੇ ਕੋਈ ਪਤਾ ਨਹੀਂ ਨੌਜਵਾਨ ਉਹਦਾ ਕੀ ਹਾਲ ਕਰਦੇ। ਬਿਲਕੁਲ, ਕਾਫੀ ਨਾਰਾਜ਼ਗੀ ਹੈ, ਕਾਫੀ ਨਾਰਾਜ਼ਗੀ ਹੈ ਸੰਗਤ ਦੀ। ਇਸ ਕਰਕੇ ਜੇ ਉਹਦੇ ਕੋਲੋਂ ਵੀਡੀਓ ਰਾਹੀਂ ਮਾਫੀ ਮੰਗਾਣੀ ਹੋਈ ਤੇ ਸੰਗਤ ਕੋਲੋਂ ਵੀਡੀਓ ਰਾਹੀਂ ਮਾਫੀ ਮੰਗ ਲਏਗਾ। ਤੇ ਸਰੋਪਿਆਂ ਵਾਲੀ ਤੇ ਗੱਲ ਹੀ ਬੜੀ ਦੂਰ ਹੈ। ਉਹ ਤੇ ਖਰੇ ਕਦੋਂ ਸਾਡੇ ਜ਼ਖਮ ਜਿਹੜੇ ਉਹ ਭਰੇ ਜਾਣਗੇ, ਜਿਹੜਾ ਕਿੰਨੇ ਸਾਲਾਂ ਤੋਂ ਇਹ ਸਾਡੇ ਵਿਰੁੱਧ ਬੋਲ ਰਿਹਾ, ਖਾਲਸਾ ਪੰਥ ਦੇ ਵਿਰੁੱਧ ਬੋਲ ਰਿਹਾ। ਇੱਕ ਉਹ ਤੇ ਬਹਿਰੂਪੀ ਹੈ ਜੀ, ਭੰਗਵੇ ਕੱਪੜੇ ਪਾਉਂਦਾ ਹੈ, ਸਿਰ ਉੱਤੇ ਕਿਰਪਾਨ ਪਾਉਂਦਾ ਹੈ, ਅੰਮ੍ਰਿਤਧਾਰੀ ਸਿੰਘ ਮੇਰੇ ਤੋਂ ਲੰਮਾ ਦਾੜਾ ਹੈ, ਤੇ ਉਹਨੂੰ ਤੇ ਇਹੋ ਜਿਹੀਆਂ ਗੱਲਾਂ ਕਰਨ ਲੱਗਿਆ ਵੀ ਸ਼ਰਮ ਆਉਣੀ ਚਾਹੀਦੀ। ਬਿਲਕੁਲ ਜੀ, ਬਹੁਤ ਵੱਡੀ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਸਰੋਪੇ ਵਾਲੀ ਗੱਲ, ਚਾਹੇ ਅਗਰ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰੀਏ, ਚਾਹੇ ਮੇਰੇ ਵੱਲੋਂ ਸਵਾਲ ਹੈ, ਹਕੀਕਤ ਸੰਗਤ ਦੀ ਨਾਰਾਜ਼ਗੀ ਹੈ ਉਹ ਸ਼ਾਂਤ ਹੋਣੀ ਬਹੁਤ ਜ਼ਰੂਰੀ ਹੈ। ਤੇ ਅਸੀਂ ਹੁਣ ਕੀ ਉਮੀਦ ਕਰੀਏ, ਜਿਹੜਾ ਸ਼ੁਕਰਾਨਾ ਸਮਾਗਮ ਹੈ ਕਦ ਤੱਕ ਹੋਏਗਾ? ਕਿਉਂਕਿ ਅਸੀਂ ਚਾਹੁੰਦੇ ਹਾਂ ਆਪਣੇ ਚੈਨਲ ਦੇ ਰਾਹੀਂ ਅਸੀਂ ਉੱਥੇ ਆਈਏ, ਉਸ ਪੂਰੇ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਕਰੀਏ। ਇਸ ਤਰ੍ਹਾਂ ਜੀ, ਮੈਂ ਆਪਣੇ ਹੈੱਡ ਆਫਿਸ ਵਾਲਿਆਂ ਦੀ ਜ਼ਿੰਮੇਵਾਰੀ ਲਾ ਦਿੱਤੀ, ਆਪਣੇ ਚੀਫ ਸਕੱਤਰ ਦੀ। ਉਹ ਉੱਥੇ ਜਿਹੜਾ ਮੇਰਠ ਵਾਲਾ ਪ੍ਰਧਾਨ ਹੈ ਉਹਦੇ ਨਾਲ ਗੱਲ ਕਰੇਗਾ
ਵੀ ਭਾਈ ਜੇ ਤੂੰ ਤੇਰਾ ਲੈਟਰ ਸਾਨੂੰ ਮਿਲ ਗਿਆ ਤੇ ਪ੍ਰਧਾਨ ਜੀ ਵੱਲੋਂ ਇਜਾਜ਼ਤ ਹੋ ਗਈ ਹੈ, ਆਪਣਾ ਲਿਖਤ ਰੂਪ ਵਿੱਚ ਮਾਫੀਨਾਮਾ ਸਾਨੂੰ ਭੇਜ ਦੇ, ਤੇ ਜੇ ਸੰਗਤ ਨਾ ਸੰਤੁਸ਼ਟ ਹੋਵੇਗੀ ਤੇ ਫਿਰ ਤੈਨੂੰ ਵੀਡੀਓ ਰਾਹੀਂ ਮਾਫੀ ਸੰਗਤ ਕੋਲ ਮੰਗਣੀ ਪਏਗੀ। ਉਹ ਸਾਡੀ ਪ੍ਰਤੀਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਉਹ ਮੇਰਾ ਜਨਰਲ ਸਕੱਤਰ ਜਿਹੜਾ ਮੇਰਾ ਚੀਫ ਸਕੱਤਰ ਜਿਹੜਾ ਉਸ ਪ੍ਰਧਾਨ ਜਸਵੀਰ ਸਿੰਘ ਨਾਲ ਗੱਲ ਕਰਕੇ ਅਗਲੀ ਸਥਿਤੀ ਕਿਵੇਂ ਬਣੇਗੀ ਉਹ ਕੱਲ ਤੱਕ ਪਰਸੋਂ ਤੱਕ ਪਤਾ ਚੱਲ ਜਾਏਗਾ ਸਾਰਾ। ਬਹੁਤ ਵਧੀਆ ਔਰ ਬੜੇ ਸੁਚੱਜੇ ਢੰਗ ਦੇ ਨਾਲ ਇਸ ਮਾਮਲੇ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੁਹਾਡੀ ਅਗਵਾਈ 'ਚ ਨਜਿੱਠਿਆ ਹੈਗਾ ਤੇ ਸਾਡੇ ਚੈਨਲ ਦੀਆਂ ਜਿਹੜੀਆਂ ਸੰਗਤਾਂ ਹੈਗੀਆਂ ਨੇ ਉਹਨਾਂ ਦੇ ਕਮੈਂਟਸ ਬੜੀ ਜਲਦੀ ਆਣਗੇ ਤੇ ਅਸੀਂ ਉਹ ਵੀ ਤੁਹਾਡੇ ਤੱਕ ਸ਼ੇਅਰ ਕਰਾਂਗੇ। ਤੇ ਬਹੁਤ ਬਹੁਤ ਧੰਨਵਾਦ ਇਸ ਸਾਰੇ ਮਸਲੇ ਦੀ ਜਾਣਕਾਰੀ ਦੇਣ ਦਾ ਚੀਜਾ ਸਾਹਿਬ। ਬਹੁਤ ਜਲਦ ਇਸੇ ਮਸਲੇ ਦੀ ਅਗਲੀ ਅਪਡੇਟ ਅਸੀਂ ਤੁਹਾਨੂੰ ਜੀ 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 ਆਪ ਜੀ ਤਾਂ ਆਪ ਦੀ ਚੈਨਲ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸਾਡੇ ਇਸ ਦੁੱਖ ਨੂੰ ਸਾਰੇ ਅਗਾਂਹ ਵਰਲਡ ਵਿੱਚ ਪਛਾਣ ਦੀ ਤੇ ਪੂਰੀ ਜਾਣਕਾਰੀ ਅਗਾਂਹ ਸੰਗਤ ਦੇ ਪਹੁੰਚਾਉਣ ਦਾ ਕੰਮ ਕੀਤਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਚੈਨਲ ਆਪ ਜੀ ਦਾ ਚੜ੍ਹਦੀ ਕਲਾ ਵਿੱਚ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਜਾ ਜੀ। ਓਕੇ। ਤੇ ਸੰਗਤ ਜੀ ਇਹ ਸਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗਦੀਸ਼ ਸਿੰਘ ਝਿੰਜਾ, ਜਿਨ੍ਹਾਂ ਨੇ ਇਸ ਸਾਰੇ ਮਸਲੇ ਦੇ ਉੱਤੇ ਜਿਹਦੇ ਉੱਤੇ ਪੂਰੀ ਦੁਨੀਆ ਦੇ ਸਿੱਖਾਂ ਦੀ ਨਿਗਾਹਾਂ ਟਿੱਕੀਆਂ ਹੋਈਆਂ ਸਨ ਕਿ ਸਰਕਾਰ ਨਾਲ ਕੀ ਸਮਝੌਤਾ ਹੋਇਆ, ਕੀ ਮੰਡ ਨੂੰ ਵੀ ਸਰੂਪਾ ਤੇ ਨਹੀਂ ਦੇ ਦਿੱਤਾ ਜਾਏਗਾ ਇਸ ਸਾਰੇ ਮਸਲੇ ਦੇ ਵਿਚਕਾਰ। ਤੇ ਝਿੰਜਾ ਸਾਹਿਬ ਨੇ ਬੜੇ ਸੁਚੱਜੇ ਢੰਗ ਦੇ ਨਾਲ ਇਸ ਸਾਰੇ ਮਸਲੇ ਦੀ ਅਪਡੇਟ ਦਿੱਤੀ ਹੈ। ਸਾਡੀ ਕੋਸ਼ਿਸ਼ ਸੀ ਆਪਣੇ ਚੈਨਲ ਤੇ ਰਾਹੀਂ ਇਸ ਸਾਰੇ ਮਸਲੇ ਦੀ ਅਪਡੇਟ ਅਸੀਂ ਤੁਹਾਡੇ ਤੱਕ ਪਹੁੰਚਾਈਏ। ਆਉਣ ਵਾਲੇ ਸਮੇਂ 'ਚ ਇੱਕ ਹੋਰ ਪੰਥਕ ਮਸਲੇ ਦੇ ਨਾਲ ਤੁਹਾਡੇ ਸਾਰਿਆਂ ਦੇ ਨਾਲ ਫਿਰ ਰੂਬਰੂ ਹੋਵਾਂਗੇ। ਲੈਣਾ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।